ਆਸਾ ਕਬੀਰ ਜੀਓ। ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨੰ। ਸਾਚ ਕਰ ਹਮ ਗਾਠ ਦੀਨੀ, ਛੋੜ ਪਰਮ ਨਿਧਾਨੰ। ਬਾਬਾ ਮਾਇਆ ਮੋਹ ਹਿਤ ਕੀਨ, ਜਿਨ ਗਿਆਨ ਰਤਨ ਹਿਰ ਲੀਨ। ਰਹਾਉ ਨੈਣ ਦੇਖ ਪਤੰਗ ਉਰਝੈ, ਪਸ ਨ ਦੇਖੈ ਆਗ। ਕਾਲ ਫਾਂਸ ਨ ਮੁਗਦ ਚੇਤੈ, ਕਨਿਕ ਕਾਮਿਨ ਲਾਗ। ਕਰ ਵਿਚਾਰ ਵਿਕਾਰ ਪਰ ਹਰ, ਤਰਨ ਤਾਰਨ ਸੋਏ। ਕਹੈ ਕਬੀਰ ਜਗ ਜੀਵਨ ਐਸਾ, ਦੁਤੀ ਨਾਹੀ ਕੋਇ। ਆਸਾ ਜੋ ਮੈਂ ਰੂਪ ਕੀਏ ਬੋ ਤੇਰੇ, ਅਬ ਪੁਨ ਰੂਪ ਨ ਹੋਈ। ਤਾਗਾ ਤੰਤ ਸਾਜ ਸਭ ਥਾਕਾ, ਰਾਮ ਨਾਮ ਬਸ ਹੋਈ। ਅਬ ਮੋਹੇ ਨਾਚਨੋ ਨਾ ਆਵੈ, ਮੇਰਾ ਮਨ ਮੰਦਰੀਆ ਨਾ ਬਜਾਵੈ। ਰਹਾਉ ਕਾਮ ਕ੍ਰੋਧ ਮਾਇਆ ਲੈ ਜਾਚੀ, ਕਾਮ ਕ੍ਰੋਧ ਮਾਇਆ ਲੈ ਜਾਰੀ। ਤ੍ਰਿਸ਼ਨਾ ਗਾਗਰ ਫੂਟੀ, ਕਾਮ ਚੋਲਣਾ ਭਇਆ ਹੈ ਪੁਰਾਨਾ। ਗਿਆ ਭਰਮ ਸਭ ਛੂਟੀ, ਸਰਬ ਭੂਤ ਏਕੈ ਕਰ ਜਾਣਿਆ। ਚੂਕੇ ਬਾਦ ਵਿਵਾਦਾ, ਕਹੈ ਕਬੀਰ ਮੈਂ ਪੂਰਾ ਪਾਇਆ। ਭਏ ਰਾਮ ਪ੍ਰਸਾਦਾ। ਕਹੈ ਕਬੀਰ ਸਰਬ ਭੂਤ ਏਕੋ ਕਰ ਜਾਣਿਆ। ਚੂਕੇ ਬਾਦ ਵਿਵਾਦਾ, ਕਹੈ ਕਬੀਰ ਮੈਂ ਪੂਰਾ ਪਾਇਆ। ਭਏ ਰਾਮ ਪ੍ਰਸਾਦਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਰਾਗ ਆਸਾ ਵਿੱਚ ਕਬੀਰ ਜੀ ਦੀ ਬਾਣੀ ਹੈ। ਕਬੀਰ ਜੀ ਬਖਸ਼ਿਸ਼ ਕਰਦੇ ਹਨ। ਇਸ ਬੰਦੇ ਦੀ ਜ਼ਿੰਦਗੀ ਬਾਰੇ ਵਿਚਾਰ ਹੈ ਕਿ ਜਗ ਜੀਵਨ ਐਸਾ ਸੁਪਨੇ ਜੈਸਾ। ਬੰਦੇ ਦਾ ਜੀਵਨ ਇਸ ਤਰ੍ਹਾਂ ਹੈ ਜਿਵੇਂ ਸੁਪਨਾ ਹੁੰਦਾ ਹੈ। ਸੁਪਨੇ ਵਿੱਚ ਕੋਈ ਸੁਪਨਾ ਆਇਆ, ਇੰਝ ਲੱਗਾ ਜਿਵੇਂ ਸਵੇਰੇ ਉੱਠਿਆ ਰਾਤ ਦੇ ਸੁਪਨਾ ਉਹ ਵਿਅਰਥ ਹੈ। ਸੁਪਨਾ ਆਇਆ ਹੈ, ਰਾਤ ਨੂੰ ਰਾਜਾ ਬਣਿਆ ਸੁਪਨੇ 'ਚ, ਲੇਕਿਨ ਸਵੇਰੇ ਉੱਠਿਆ ਤੇ ਉਹ ਸਭ ਕੁਝ ਖਤਮ ਹੈ, ਵਿਅਰਥ ਹੈ। ਸੁਪਨੇ ਜੈਸਾ ਦਾ ਭਾਵ ਹੈ ਵਿਅਰਥ ਹੈ। ਕਬੀਰ ਜੀ ਕਹਿੰਦੇ ਜਗ ਜੀਵਨ ਐਸਾ, ਬੰਦੇ ਦਾ ਜੀਵਨ ਇਸ ਤਰ੍ਹਾਂ ਦਾ ਹੈ ਜਿਵੇਂ ਸੁਪਨਾ ਹੈ। ਸੁਪਨੇ ਵਿੱਚ ਜਿਵੇਂ ਸਵੇਰੇ ਉੱਠਿਆ ਵਿਅਰਥ ਹੋ ਗਿਆ, ਬੰਦੇ ਦਾ ਜੀਵਨ ਵੀ ਇਸ ਤਰ੍ਹਾਂ ਹੈ, ਵਿਅਰਥ ਹੋ ਜਾਂਦਾ ਹੈ। ਅਣਜਾਣੇ ਵਿੱਚ ਬੰਦਾ ਜਿਉਂਦਾ ਹੈ ਮਾਇਆ ਨਾਲ ਜੁੜ ਕੇ, ਲੇਕਿਨ ਬਾਅਦ ਵਿੱਚ ਪਛਤਾਉਂਦਾ ਹੈ, ਵਿਅਰਥ ਚਲਾ ਜਾਂਦਾ ਹੈ। ਕਹਿੰਦੇ ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨੰ। ਜਗਤ ਵਿੱਚ ਮਨੁੱਖ ਦੀ ਜ਼ਿੰਦਗੀ ਇਹੋ ਜਿਹੀ ਹੈ ਜਿਸ ਤਰ੍ਹਾਂ ਸੁਪਨਾ ਹੋਵੇ, ਜ਼ਿੰਦਗੀ ਸੁਪਨੇ ਵਾਂਗ ਬੀਤ ਜਾਂਦੀ ਹੈ। ਸਾਚ ਕਰ ਹਮ ਗਾਂਠ ਦੀਨੀ, ਛੋੜ ਪਰਮ ਨਿਧਾਨੰ। ਕਿਉਂ ਵਰਤ ਹੈ? ਕਿਉਂਕਿ ਅਸਾਂ
इस संसार ਨੂੰ ਆਪਣੀ ਗੰਢ ਪੱਲੇ ਬੱਧਾ ਹੈ। ਸਾਚ ਕਰ ਹਮ ਗਾਂਠ ਦੀਨੀ ਗੰਢ ਦਿੱਤੀ ਹੈ, ਭਾਵ ਪੱਕਾ ਕਰਕੇ ਮੰਨ ਲਿਆ ਹੈ ਕਿ ਸੰਸਾਰ ਦੇ ਪਦਾਰਥ ਇਹ ਮਾਇਆ, ਇਹਦੇ ਨਾਲ ਮੈਂ ਜ਼ਿੰਦਗੀ ਸਫਲ ਕਰ ਲੈਣੀ ਹੈ। ਲੇਕਿਨ ਐਸਾ ਨਹੀਂ ਹੈ। ਮਾਇਆ ਨਾਲ ਜੁੜ ਕੇ ਬੰਦਾ ਪਛਤਾਉਂਦਾ ਹੀ ਹੈ। ਸੰਸਾਰ ਸਮੁੰਦਰ ਪਾਰ ਨਹੀਂ ਲੰਘ ਸਕਦਾ। ਤੇ ਅਸਾਂ ਨੇ ਇਸ ਨੂੰ ਸੱਚ ਕਰਕੇ ਮੰਨ ਲਿਆ ਹੈ, ਸੁਪਨੇ ਨੂੰ, ਕਿਉਂਕਿ ਸੰਸਾਰ ਇੱਕ ਸੁਪਨਾ ਹੈ। ਇਹ ਜ਼ਿੰਦਗੀ ਇੱਕ ਸੁਪਨੇ ਵਾਂਗੂ ਹੈ, ਕਿਉਂਕਿ ਮੋਹ ਲਾ ਲਿਆ ਹੈ ਇਸ ਮਾਇਆ ਨਾਲ। ਤੇ ਪਰਮਾਤਮਾ ਨੇ ਜਿਨ੍ਹੇ ਨਾਲ ਨਿਭਣਾ ਸੀ, ਗੁਣਾਂ ਦਾ ਖਜ਼ਾਨਾ, ਪਰਮ ਨਿਧਾਨੰ, ਸਭ ਤੋਂ ਉੱਚਾ ਖਜ਼ਾਨਾ ਸੀ ਜਿਹੜਾ ਪਰਮਾਤਮਾ, ਉਹਨੂੰ ਛੋੜ ਦਿੱਤਾ ਹੈ ਤੇ ਮਾਇਆ ਨਾਲ ਪਿਆਰ ਪਾ ਕੇ ਪੱਕੀ ਗੰਢ ਬੰਨ੍ਹ ਲਈ ਹੈ। ਭਾਵ ਮਾਇਆ ਨਾਲ ਪਿਆਰ ਜਿਹੜਾ ਹੈ ਉਹ ਨਾਲ ਨਹੀਂ ਨਿਭਣਾ ਤੇ ਜੀਵਨ ਜਿਹੜਾ ਹੈ ਸੁਪਨੇ ਵਰਗਾ ਹੈ। ਗੁਰੂ ਸਾਹਿਬ, ਭਾਈ ਸਾਹਿਬ ਕਹਿੰਦੇ, ਬਾਬਾ ਜੀ, ਭਗਤ ਜੀ ਕਹਿੰਦੇ ਹਨ, ਹੇ ਬਾਬਾ, ਅਸਾਂ ਮਾਇਆ ਨਾਲ ਮੋਹ ਪਿਆਰ ਪਾਇਆ ਹੋਇਆ ਹੈ ਜ਼ਿੰਦਗੀ ਦੇ ਵਿੱਚ। ਬਾਬਾ, ਮਾਇਆ ਮੋਹ ਹਿਤ ਕੀਨ, ਜਿਨ ਗਿਆਨ ਰਤਨ ਹਿਰ ਲੀਨ। ਭਗਤ ਜੀ ਕਹਿੰਦੇ ਹਨ ਕਿ ਹੇ ਬਾਬਾ, ਅਸਾਂ ਮਾਇਆ ਨਾਲ ਮੋਹ ਪਿਆਰ ਪਾਇਆ ਹੋਇਆ ਹੈ। ਸਾਡੀ ਦਸ਼ਾ ਇਹ ਹੈ ਕਿ ਮਾਇਆ ਦੇ ਨਾਲ ਹਿੱਤ ਕੀਤਾ ਹੋਇਆ ਹੈ। ਹੁਣ ਮਾਇਆ ਸਿਰਫ ਧਨ ਪਦਾਰਥ ਨਹੀਂ, ਮਾਇਆ ਜਨਮ ਤੋਂ ਲੈ ਕੇ ਮਰਨ ਤੱਕ ਸਾਰਾ ਸੰਸਾਰ ਜੋ ਦਿਸ ਰਿਹਾ ਹੈ ਮਾਇਆ ਹੈ। ਪਹਿਲੇ ਪਿਆਰ ਲਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਇਹ ਸਭ ਮਾਇਆ ਹੈ, ਮੋਹ ਹੈ। ਪਹਿਲਾਂ ਮਾਇਆ ਦਾ ਮੋਹ ਥਣ ਨਾਲ ਲੱਗਦਾ ਹੈ, ਦੂਜੇ ਤੀਜੇ ਪਈਆ ਪਾਪੀ ਪੇ, ਚੌਥੇ ਪਿਆਰੋ ਪੰਨੀ ਖੇਡ, ਸਭ ਮਾਇਆ ਹੈ। ਕਹਿੰਦੇ ਅਸੀਂ ਮਾਇਆ ਦੇ ਨਾਲ ਸਾਡਾ ਸੁਭਾਅ ਹੈ ਕਿ ਇਹ ਸੰਸਾਰ ਦੇ ਪਦਾਰਥਾਂ ਨਾਲ, ਸੰਸਾਰ ਦੇ ਜੀਵਾਂ ਨਾਲ ਸਾਡਾ ਪਿਆਰ ਬਣਿਆ ਹੋਇਆ ਹੈ, ਸੰਸਾਰ ਦੇ ਧਨ ਦੌਲਤ ਨਾਲ ਇਹ ਸੁਭਾਅ ਬਣਿਆ ਹੋਇਆ ਹੈ ਸਾਡਾ। ਔਰ ਇਸ ਸੁਭਾਅ ਨੇ ਜਿਨ ਗਿਆਨ ਰਤਨ ਹਿਰ ਲੀਨ, ਇਸ ਨੇ ਕੀ ਨੁਕਸਾਨ ਕੀਤਾ ਹੈ ਕਿ ਸਾਡਾ ਕੀਮਤੀ ਜਿਹੜਾ ਸਮਾਂ ਸੀ, ਗਿਆਨ ਰਤਨ ਸੀ ਜਿਹੜਾ, ਉਸ ਪਰਮੇਸ਼ਵਰ ਦਾ ਨਾਮ ਸੀ ਜਿਹੜਾ, ਉਹ ਚੁਰਾ ਲਿਆ। ਇਸ ਸੁਭਾਅ ਨੇ, ਮਾਇਆ ਵਾਲੇ ਸੁਭਾਅ ਨੇ, ਜਿਹੜਾ ਪਿਆਰ ਮਾਇਆ ਨਾਲ ਬਣਿਆ ਹੋਇਆ, ਇਸ ਸੁਭਾਅ ਨੇ ਸਾਡਾ ਗਿਆਨ ਰੂਪ ਹੀਰਾ ਚੁਰਾ ਲਿਆ ਹੈ। ਕੀਮਤੀ ਸਮਾਂ ਜਿਹੜਾ ਅਸਾਂ ਉਸ ਪਰਮੇਸ਼ਰ ਨਾਲ ਲਾਣਾ ਸੀ, ਉਹ ਸਮਾਂ ਚੁਰਾ ਲਿਆ ਹੈ। ਅਸੀਂ ਸਾਰਾ ਸਮਾਂ ਹੀ ਉਸ ਪਰਮੇਸ਼ਰ ਦਾ ਨਾਮ ਛੱਡ ਕੇ ਇਸ ਸੰਸਾਰ ਵਿੱਚ ਜੋੜ ਲਿਆ ਹੈ। ਇਸ ਸੰਸਾਰ ਨੂੰ ਅਸੀਂ ਪੱਕਾ ਕਰਕੇ ਮੰਨ ਲਿਆ ਹੈ। ਹੁਣ ਕਬੀਰ ਜੀ ਕਹਿੰਦੇ ਹਨ, ਨੈਣ ਦੇਖ ਪਤੰਗ ਉਰਜੈ, ਪਸ ਨਾ ਦੇਖੈ ਆਗ। ਜਿਵੇਂ ਪੰਬਟ ਅੱਖਾਂ ਨਾਲ ਵੇਖਦਾ ਹੈ ਤੇ ਦੀਵੇ ਦੀ ਲਾਟ ਨੂੰ ਆਪਣੀਆਂ ਅੱਖਾਂ ਨਾਲ ਤੱਕਦਾ ਵੀ ਹੈ, ਫਿਰ ਵੀ ਵੇਖ ਕੇ ਭੁੱਲ ਜਾਂਦਾ ਹੈ ਕਿ ਇਹ ਮੈਨੂੰ ਸਾੜ ਦੇਗੀ। ਤੇ ਉਹ ਮੂਰਖ ਅੱਗ ਨੂੰ ਨਹੀਂ ਵੇਖਦਾ ਕਿ ਮੈਨੂੰ ਇਹ ਸਾੜ ਦੇਗੀ। ਇਸੇ ਤਰ੍ਹਾਂ ਹੀ ਇਹ ਮਨੁੱਖ ਵੀ ਅਣਜਾਣ ਪੁਣੇ ਵਿੱਚ ਮਾਇਆ ਨਾਲ ਪਿਆਰ ਪਾ ਬੈਠਾ ਹੈ। ਇਹ ਨਹੀਂ ਵੇਖਦਾ ਕਿ ਮੇਰਾ ਜੀਵਨ ਵਿਅਰਥ ਚਲਾ ਜਾਏਗਾ, ਪਸ਼ੂਆਂ ਵਾਂਗਰ ਹੋ ਗਿਆ ਹੈ। ਜਿਵੇਂ ਪੰਬਟ ਪਸ਼ੂ ਹੈ, ਉਸ ਦੀ ਬੁੱਧ ਨਹੀਂ ਕੰਮ ਕਰਦੀ,
ਤੇ ਉਹ ਅੱਗ ਵਿੱਚ ਜਾ ਕੇ ਸੜ ਜਾਂਦਾ ਹੈ। ਉਹਨੂੰ ਅੱਗ ਪਿਆਰੀ ਹੈ, ਉਹਨੂੰ ਅੱਗ ਨਾਲ ਮੋਹ ਹੈ ਤੇ ਉਹ ਪੰਬਟ ਜਾ ਕੇ ਅੱਗ ਵਿੱਚ ਸੜ ਜਾਂਦਾ ਹੈ। ਉਸ ਤਰ੍ਹਾਂ ਹੀ ਮਨੁੱਖ ਹੈ, ਮਾਇਆ ਮੋਹਿਤ ਕੀ, ਮਾਇਆ ਨਾਲ ਪਿਆਰ ਪਾ ਬੈਠਾ ਹੈ। ਇਸ ਕਰਕੇ ਇਹ ਪਸ਼ ਹੈ, ਇਹ ਅਣਜਾਣ ਹੈ ਤੇ ਆਪਣਾ ਨਹੀਂ ਵਿਚਾਰ ਸਕਦਾ ਕਿ ਮੇਰਾ ਕੀਮਤੀ ਸਮਾਂ ਵਿਅਰਥ ਜਾ ਰਿਹਾ ਹੈ। ਲੇਕਿਨ ਨਾਲ ਹੀ ਕਹਿੰਦੇ ਹਨ, ਕਾਲ ਫਾਸ ਨਾ ਮੁਗਦ ਚੇਤੈ, ਕਨਕ ਕਾਮਣ ਲਾਗ। ਇਸੇ ਤਰ੍ਹਾਂ ਹੀ ਮੂਰਖ ਜੀਵ ਸੋਨੇ ਤੇ ਇਸਤਰੀ ਦੇ ਮੋਹ ਵਿੱਚ ਫਸਿਆ, ਭਾਵ ਮਾਇਆ ਨਾਲ ਜੁੜਿਆ, ਮੌਤ ਦੀ ਫਾਈ ਨੂੰ ਚੇਤੇ ਨਹੀਂ ਰੱਖਦਾ ਭਈ ਮੈਨੂੰ ਇਹਦੇ ਨਾਲ। ਦੇਖੋ, ਇਹ ਮੂਰਖ ਜੀਵ ਸੋਨੇ ਤੇ ਇਸਤਰੀ, ਕਨਕ ਕਾਮਨ, ਜਾਂ ਇਸਤਰੀ ਤੋਂ ਪਿਆਰ ਬਣਦਾ ਹੈ ਤੇ ਜਾਂ ਫਿਰ ਸੋਨੇ ਤੇ ਪਦਾਰਥਾਂ ਨਾਲ ਪਿਆਰ ਬਣਦਾ ਹੈ। ਇਹਨਾਂ ਦੋਵੇਂ ਮਾਇਆ ਦੇ ਪਿਆਰ ਵਿੱਚ, ਦੋਹਾਂ ਦੇ ਪਿਆਰ ਵਿੱਚ ਆਪਣੀ ਜ਼ਿੰਦਗੀ ਮੌਤ ਵਾਲੇ ਪਾਸੇ ਲੈ ਤੁਰਿਆ ਹੈ। ਜਿਵੇਂ ਪੰਬਟ ਉਸ ਅੱਗ ਨਾਲ ਪਿਆਰ ਪਾ ਕੇ ਆਪਣਾ ਜੀਵਨ ਵਿਅਰਥ ਕਰ ਚਲਾ ਗਿਆ, ਇਸੇ ਤਰ੍ਹਾਂ ਹੀ ਇਹ ਮੂਰਖ ਜੀਵ ਇਸਤਰੀ ਦਾ ਮੋਹ ਤੇ ਇੱਕ ਕਣਕ ਦਾ, ਕਣਕ ਮੈਨਾ ਸੋਨੇ ਦਾ, ਸੋਨਾ ਦਾ ਭਾਵ ਮਾਇਆ ਦਾ, ਧਨ ਪਦਾਰਥਾਂ ਦਾ ਮੋਹ ਜਿਹੜਾ ਹੈ, ਇਹਦੇ ਵਿੱਚ ਸਮਾਂ ਗੁਜ਼ਾਰਦਾ। ਸਵੇਰੇ ਉੱਠਦਿਆਂ ਮਾਇਆ ਮਾਇਆ ਮੰਗਦਾ ਹੈ, ਉੱਠਦਿਆਂ ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਜਿਤ ਆਹਰ ਜਗ ਉਦਰੈ। ਉਹ ਜਿਹੜਾ ਆਹਰ ਹੈ, ਜਿਸ ਆਹਰ ਦੇ ਨਾਲ ਇਹ ਸੰਸਾਰ ਸਮੁੰਦਰ ਪਾਰ ਕਰਨਾ ਹੈ, ਉਹ ਨਹੀਂ ਆਹਰ ਕਰਦਾ। ਵਿਰਲਾ ਬੂਝੈ ਕੋਈ, ਜਿਤ ਆਹਰ ਸਭ ਉਦਰੈ, ਵਿਰਲਾ ਬੂਝੈ ਕੋਈ। ਕਾਲ ਫਾਸ ਨਾ ਮੁਗਦ ਚੇਤੈ, ਕਨਕ ਕਾਮਣ ਲਾਗ। ਇਹ ਤੇ ਸੋਨੇ ਵਿੱਚ ਇਸਤਰੀ ਦੇ ਮੋਹ 'ਚ ਹੀ ਲੱਗਾ ਹੈ। ਕਰ ਵਿਚਾਰ ਵਿਕਾਰ ਪਰ ਹਰ, ਤਰਨ ਤਾਰਨ ਸੋਏ। ਕਹਿ ਕਬੀਰ ਜਗ ਜੀਵਨ ਐਸਾ, ਦੂਤੀ ਨਾਹੀ ਕੋਏ। ਕਿ ਕਬੀਰ ਕਹਿੰਦੇ, ਤੂੰ ਵਿਕਾਰ ਛੱਡ ਦੇ, ਵਿਕਾਰ ਪਰ ਹਰ। ਹੁਣ ਜੇ ਬਚਾਓ ਕਰਨਾ, ਹੁਣ ਇਲਾਜ ਦੱਸ ਰਹੇ ਨੇ, ਪਹਿਲੋਂ ਬਿਮਾਰੀ ਦੱਸੀ ਹੈ ਕਬੀਰ ਜੀ ਨੇ। ਇਹਨਾਂ ਪੰਕਤੀਆਂ 'ਚ ਹੁਣ ਇਲਾਜ ਦੱਸ ਰਹੇ ਹਨ ਬਈ ਤੂੰ ਹੁਣ ਵਿਕਾਰ ਛੱਡ ਦੇ, ਜੇ ਬਚਣਾ ਹੈ ਤੇ ਤੂੰ ਵਿਚਾਰ, ਜਰਾ ਸੋਚ, ਦਿਮਾਗ ਤੇ ਜ਼ੋਰ ਲਾ, ਕਰ ਵਿਚਾਰ। ਤੂੰ ਵਿਚਾਰ ਕਰ, ਆਪਣੇ ਦਿਮਾਗ ਨਾਲ ਸੋਚ। ਕੀ ਕਰ? ਵਿਕਾਰ ਪਰ ਹਰ। ਵਿਕਾਰ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਤੂੰ ਵਿਕਾਰ ਛੱਡ ਦੇ ਭਲਿਆ, ਤਰਨ ਤਾਰਨ ਸੋਏ। ਇਸ ਸੰਸਾਰ ਸਮੁੰਦਰ ਚੋਂ ਤਰਨ ਲਈ ਇਹ ਜਹਾਜ਼ ਹੈ। ਵਿਚਾਰ ਕਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਛੱਡ ਦੇ। ਕਹਿ ਕਬੀਰ ਜਗ ਜੀਵਨ ਐਸਾ, ਦੁਤੀ ਨਾਹੀ ਕੋਏ। ਤੇ ਕਬੀਰ ਆਖਦਾ ਹੈ, ਉਹ ਸਾਡੇ ਜੀਵਨ ਦਾ ਆਸਾ ਪ੍ਰਭੂ ਜਿਹੜਾ ਹੈ, ਉਹ ਐਸਾ ਹੈ ਕਿ ਉਸ ਵਰਗਾ ਕੋਈ ਹੋਰ ਹੈ ਹੀ ਨਹੀਂ। ਤੇ ਇਹ ਤਰਨ ਵਾਸਤੇ ਉਹ ਜਹਾਜ਼ ਹੈ। ਜੀਵਨ ਦਾ ਆਸਰਾ ਜਿਹੜਾ ਪ੍ਰਭੂ ਹੈ, ਪ੍ਰਭੂ ਦੇ ਗੁਣ ਗਾਉਣੇ, ਉਹਦੇ ਗੁਣਾਂ ਨੂੰ ਗਾਉਣਾ, ਉਹਦੇ ਨਾਮ ਨੂੰ ਗਾਉਣਾ, ਸੱਚ ਵਿੱਚ ਜ਼ਿੰਦਗੀ ਜਿਉਣਾ, ਇਹ ਜਹਾਜ਼ ਹੈ। ਇਹ ਸੰਸਾਰ ਸਮੁੰਦਰ ਤਰਨ ਵਾਸਤੇ ਤਰਨ ਤਾਰਨ ਸੋਏ। ਸੋ ਅਗਲੇ ਸ਼ਬਦ ਵਿੱਚ ਨਾਲ ਹੀ ਕਬੀਰ ਜੀ ਸਾਨੂੰ ਫਰਮਾਉਂਦੇ ਹਨ, ਜੋ ਮੈਂ ਰੂਪ ਕੀਏ ਬਹੁ ਤੇਰੇ, ਅਬ ਫੁਨ ਰੂਪ ਨਾ ਹੋਈ। ਤਾਗਾ ਤੰਤ ਸਾਜ ਸਭ ਤਾਕਾ, ਰਾਮ ਨਾਮ ਬਸ ਹੋਈ।
ਹੁਣ ਕਬੀਰ ਕਹਿੰਦੇ ਮਾਇਆ ਦੇ ਮੋਹ 'ਚ ਫਸ ਕੇ ਮੈਂ ਜਿਹੜੇ ਕਈ ਜਨਮਾਂ 'ਚ ਫਿਰਦਾ ਰਿਹਾ, ਹੁਣ ਉਹ ਜਨਮ ਮਰਨ ਦਾ ਗੇੜ ਮੁੱਕ ਗਿਆ ਹੈ। ਹੋਰ ਸਮਝ ਲਈਏ ਇਸ ਨੂੰ। ਜਦੋਂ ਮੈਂ ਇਸ ਸੰਸਾਰ ਵਿੱਚ ਆ ਕੇ ਕਈ ਕਿਸਮ ਦੇ ਨਾਲ ਧਨ ਪਦਾਰਥ ਕਮਾ ਲਏ, ਕਈ ਜਨਮ, ਕਦੀ ਧਨ ਕਮਾਇਆ, ਫਿਰ ਗੁੱਸੇ 'ਚ ਕ੍ਰੋਧ ਵਿੱਚ ਉਹ ਜਨਮ ਹੋ ਗਿਆ, ਗੁੱਸੇ ਵਾਲਾ ਸੁਭਾਅ, ਇਸਤਰੀ ਦੇ ਮੋਹ ਵਿੱਚ ਪੈ ਗਿਆ ਤੇ ਮੋਹ ਵਾਲਾ ਸੁਭਾਅ। ਮਤਲਬ ਇਹ ਜਨਮ ਹੈ, ਜ਼ਿੰਦਗੀ ਦਾ ਸਮਾਂ ਇਹ ਜਨਮ ਹੈ। ਜ਼ਿੰਦਗੀ ਵਿੱਚ ਕਈ ਤਰ੍ਹਾਂ ਦਾ ਸਮਾਂ ਨਿਕਲਿਆ, ਕਦੀ ਕ੍ਰੋਧ ਵਿੱਚ, ਕਦੀ ਕਾਮ ਵਿੱਚ, ਕਦੇ ਮਾਇਆ ਦੇ ਮੋਹ ਵਿੱਚ ਫਸ ਕੇ ਮੈਂ ਜਿਹੜੇ ਕਈ ਜਨਮਾਂ ਵਿੱਚ ਵਿਚਰਦਾ ਰਿਹਾ ਸੰਸਾਰ ਦੇ ਵਿੱਚ, ਕਦੀ ਗੁੱਸੇ ਵਿੱਚ, ਕਦੀ ਰਾਜੀ ਵਿੱਚ, ਕਦੀ ਕਾਮ ਵਾਸ਼ਨਾ ਵਿੱਚ, ਕ੍ਰੋਧ ਵਿੱਚ। ਹੁਣ ਜਦੋਂ ਗੁਰੂ ਦਾ ਨਾਮ ਗਿਆਨ ਆ ਗਿਆ ਹੈ, ਹੁਣ ਇਹ ਜਨਮ ਦਾ ਗੇੜ ਮੁੱਕ ਗਿਆ। ਜਦੋਂ ਮੈਨੂੰ ਗੁਰੂ ਮਿਲ ਪਿਆ ਹੈ, ਗੁਰੂ ਸ਼ਬਦ ਦਾ ਪ੍ਰਭਾਵ ਹੋਇਆ ਹੈ, ਤੇ ਹੁਣ ਇਹ ਜਨਮ ਮਰਨ ਦਾ ਗੇੜ ਮੁੱਕ ਗਿਆ। ਮੇਰੀ ਸੁਰਤ ਬਾਹਰ ਨਹੀਂ ਭੱਜਦੀ, ਮੇਰੀ ਸੁਰਤ ਟਿਕਾਓ ਵਿੱਚ ਆ ਗਈ ਹੈ। ਜਦੋਂ ਮੈਨੂੰ ਗੁਰੂ ਦੇ ਸ਼ਬਦ ਦਾ ਅਸਰ ਹੋਇਆ ਹੈ, ਗੁਰੂ ਨੇ ਬਖਸ਼ਿਸ਼ ਕੀਤੀ ਹੈ। ਤਾਗਾ ਤੰਤ ਸਾਜ ਸਭ ਤਾਕਾ, ਰਾਮ ਨਾਮ ਬਸ ਹੋਈ। ਹੁਣ ਮੇਰੇ ਮਨ ਦਾ ਜਿਹੜਾ ਮੋਹ ਦਾ ਧਾਗਾ ਸੀ ਨਾ, ਮੋਹ ਦੀ ਤਾਰ, ਜਿਹੜੀ ਮੋਹ ਦੇ ਨਾਲ ਜੁੜੀ ਹੋਈ ਸੁਰਤ ਦੀ ਤਾਰ ਸੀ, ਮੋਹ ਦੇ ਸਾਰੇ ਡੰਬਰ ਹੁਣ ਮੁੱਕ ਗਏ ਹਨ, ਕਿਉਂਕਿ ਗੁਰੂ ਦਾ ਅਸਰ ਹੋ ਗਿਆ ਹੈ ਇਸ ਸੁਰਤ ਨੂੰ। ਮੋਹ ਦਾ ਜਿਹੜਾ ਅਸਰ ਮੁੱਕ ਗਿਆ ਹੈ, ਗੁਰੂ ਸ਼ਬਦ ਨੇ ਇਹ ਮੁਕਾ ਦਿੱਤਾ ਹੈ। ਹੁਣ ਮੇਰਾ ਮਨ ਪਰਮਾਤਮਾ ਦੇ ਨਾਮ ਦੇ ਵਸ ਹੋ ਗਿਆ। ਮੇਰਾ ਮਨ ਪਰਮਾਤਮਾ ਦੇ ਨਾਮ ਦੇ ਵਸ ਹੋ ਗਿਆ ਹੈ। ਮੇਰਾ ਮਨ ਹੁਣ ਨਾਮ ਜਪਣ ਲੱਗ ਪਿਆ ਹੈ। ਹੁਣ ਇਹਨਾਂ ਦੇ ਅਸਰ ਨੂੰ ਨਹੀਂ ਮੰਨਦਾ। ਤਾਗਾ ਤੰਤ ਸਾਜ ਸਭ ਤਾਕਾ, ਇਹ ਸਾਰਾ ਕੁਝ ਮੁੱਕ ਗਿਆ ਹੈ। ਜਿਹੜੀ ਤਾਰ ਵੱਜਦੀ ਸੀ, ਭਾਵ ਤਾਰ ਜੁੜੀ ਹੋਈ ਸੀ, ਮੋਹ ਦੀ ਤਾਰ, ਇਹ ਧਾਗਾ ਜਿਹੜਾ ਹੈ ਇਹ ਮੁੱਕ ਗਿਆ ਹੈ। ਹੁਣ ਪਰਮਾਤਮਾ ਦੇ ਨਾਮ ਦੇ ਵਸ ਹੋ ਗਿਆ ਮੇਰਾ ਮਨ। ਅਬ ਮੋਹੇ ਨਾਚਨੋ ਨਾ ਆਵੈ, ਮੇਰਾ ਮਨ ਮੰਦਰਿਆ ਨਾ ਬਜਾਵੈ। ਹੁਣ ਇਹ ਮੇਰਾ ਮਨ ਜਿਹੜਾ ਹੈ ਨਾ, ਇਹ ਨੱਚਦਾ ਨਹੀਂ, ਨਾਚਨੋ ਨਾ ਆਵੈ। ਕਾਹਦੇ ਵਿੱਚ ਨਹੀਂ ਨੱਚਦਾ? ਮਾਇਆ ਦੇ ਮੋਹ ਵਿੱਚ ਨਹੀਂ ਨੱਚਦਾ। ਅਬ ਮੋਹੇ ਨਾਚਨੋ ਨਾ ਆਵੈ, ਇਹ ਮਾਇਆ ਅੱਗੇ ਨੱਚਣਾ ਨਹੀਂ ਹੁੰਦਾ। ਹੁਣ ਮੈਨੂੰ, ਮੈਂ ਮਾਇਆ ਅੱਗੇ ਨੱਚਦਾ ਨਹੀਂ, ਭਾਵ ਮੈਨੂੰ ਮਾਇਆ ਦਾ ਪ੍ਰਭਾਵ ਨਹੀਂ ਰਿਹਾ, ਹੁਣ ਮੋਹ ਨਹੀਂ ਰਿਹਾ। ਮੇਰਾ ਮਨ ਹੁਣ ਮੰਦਰਿਆ ਨਾ ਵਜਾਵੇ, ਇਹ ਢੋਲਕੀ ਨਹੀਂ ਵਜਾਉਂਦਾ ਇਸ ਮਾਇਆ ਅੱਗੇ। ਮਾਇਆ ਦੇ ਭਾਵ ਹੱਥੋਂ ਨੱਚਣੋਂ ਹਟ ਗਿਆ ਹੈ। ਮਾਇਆ ਵਾਸਤੇ ਨਹੀਂ ਜਾਉਂਦਾ, ਜ਼ਿੰਦਗੀ ਵਿੱਚ ਮਾਇਆ ਦਾ ਮੋਹ ਹਟ ਗਿਆ ਹੈ। ਕਬੀਰ ਜੀ ਕਹਿੰਦੇ ਕਾਮ ਕ੍ਰੋਧ ਮਾਇਆ ਲੈ ਜਾਰੀ, ਤ੍ਰਿਸ਼ਨਾ ਗਾਗਰ ਫੂਟੀ। ਪ੍ਰਭੂ ਦੀ ਕਿਰਪਾ ਨਾਲ ਮੈਂ ਹੁਣ ਕਾਮ, ਕ੍ਰੋਧ ਤੇ ਮਾਇਆ ਦੇ ਪ੍ਰਭਾਵ ਨੂੰ ਸਾੜ ਦਿੱਤਾ ਹੈ। ਪਰਮਾਤਮਾ ਦੇ ਨਾਮ ਦਾ ਅਸਰ ਹੈ। ਪਰਮਾਤਮਾ ਦੇ ਨਾਮ ਨੂੰ, ਗੁਰੂ ਦੀ ਬਾਣੀ ਨੂੰ ਪੜ੍ਹਨਾ ਸ਼ੁਰੂ ਕੀਤਾ ਹੈ, ਵਿਚਾਰਨਾ ਸ਼ੁਰੂ ਕੀਤਾ ਹੈ, ਤੇ ਕਾਮ, ਕ੍ਰੋਧ ਤੇ ਮਾਇਆ ਦੇ ਪ੍ਰਭਾਵ ਨੂੰ ਇਹਨੇ ਸਾੜ ਦਿੱਤਾ ਹੈ ਗੁਰੂ ਦੇ ਗਿਆਨ ਨੇ। ਮੇਰੇ ਅੰਦਰੋਂ ਤ੍ਰਿਸ਼ਨਾ ਦੀ ਹੁਣ ਮਟਕੀ ਫੁੱਟ ਗਈ ਹੈ। ਕਾਮ ਕ੍ਰੋਧ ਮਾਇਆ ਲੈ ਜਾਰੀ, ਸਾੜ ਦਿੱਤੀ ਹੈ, ਜਾਰੀ ਹੈ, ਸਾੜ ਦਿੱਤੀ ਹੈ।
ਤ੍ਰਿਸ਼ਨਾ ਗਾਗਰ ਫੂਟੀ। ਉਹ ਤ੍ਰਿਸ਼ਨਾ ਦੀ ਜਿਹੜੀ ਮਨ 'ਚ ਗਾਗਰ ਬਣੀ ਹੋਈ ਸੀ, ਭਾਵ ਤ੍ਰਿਸ਼ਨਾ ਦੀ ਭਰੀ ਹੋਈ ਸੀ ਗਾਗਰ, ਜਿਹੜੀ ਉਹ ਫੁੱਟ ਗਈ ਹੈ। ਤ੍ਰਿਸ਼ਨਾ ਕੀ ਹੈ? ਹੋਰ ਮੰਗਣਾ, ਹੋਰ ਮੰਗਣਾ, ਹਰ ਕੋਲੋਂ ਮੰਗਣਾ, ਕਿਸੇ ਕੇ ਥਾਂ ਥਾਂ ਤੇ ਜਾ ਕੇ ਮੰਗਣਾ, ਤ੍ਰਿਸ਼ਨਾ। ਹੁਣ ਕੁੱਤੇ ਵਾਲਾ ਸੁਭਾਅ ਹੌਸਲੇ ਵਾਲਾ ਵੀ ਹੈ ਤੇ ਕੁੱਤੇ ਦਾ ਤ੍ਰਿਸ਼ਨਾ ਵਾਲਾ ਵੀ ਹੈ। ਜਿਹੜਾ ਕੁੱਤਾ ਘਰ ਦਾ ਯਾਦ ਰੱਖ ਲੈਣਾ, ਰਾਖਵਾਂ ਕੁੱਤਾ ਹੁੰਦਾ ਹੈ ਨਾ, ਉਹਨੂੰ ਤੁਸੀਂ ਜਦੋਂ ਰੋਟੀ ਪਾਓਗੇ ਉਦੋਂ ਹੀ ਉਹ ਖਾਏਗਾ, ਨਹੀਂ ਤੇ ਹੌਸਲਾ ਕਰਕੇ ਬੈਠਾ ਰਹੇਗਾ। ਔਰ ਕੁੱਤਾ ਜਿਹੜਾ ਬਾਹਰ ਗਲੀ ਦਾ ਬਾਜ਼ਾਰ ਦਾ ਕੁੱਤਾ ਹੈ, ਉਹ ਕਰ ਕਰ ਧੱਕੇ ਖਾਂਦਾ ਹੈ, ਤ੍ਰਿਸ਼ਨਾ ਭਰਿਆ ਹੁੰਦਾ ਹੈ। ਬਿੱਲੀ ਤ੍ਰਿਸ਼ਨਾ ਵਰਗੀ ਹੁੰਦੀ ਹੈ। ਬਿੱਲੀ ਦਾ ਸੁਭਾਅ ਕਰ ਕਰ, ਜਿੰਨਾ ਚਿਰ 10 ਘਰ ਫਿਰ ਨਹੀਂ ਲਵੇਗੀ ਨਾ, ਉਹਨੂੰ ਸਿਦਕ ਨਹੀਂ ਆਉਂਦਾ। ਭਾਵ ਇਹ ਬੰਦੇ ਦਾ ਵੀ ਮਨ ਟਿਕਦਾ ਨਹੀਂ, ਥਾਂ ਥਾਂ ਦੌੜਦਾ ਹੈ, ਕਦੀ ਪੀਰਾਂ ਤੇ, ਕਦੀ ਫਕੀਰਾਂ ਤੇ, ਕਦੀ ਮੜੀਆਂ ਤੇ, ਕਦੀ ਕਬਰਾਂ ਤੇ, ਕਦੀ ਬਾਬਿਆਂ ਦੇ ਕੋਲ। ਤ੍ਰਿਸ਼ਨਾ, ਤ੍ਰਿਸ਼ਨਾ ਦੀ ਜਿਹੜੀ ਗਾਗਰ ਬਣੀ ਪਈ ਸੀ, ਭਾਵ ਪੰਡ ਦਿਮਾਗ 'ਚ ਵੱਜੀ ਪਈ ਸੀ, ਉਹ ਪੁੱਟ ਗਈ। ਉਹ ਹੁਣ ਨਹੀਂ, ਤ੍ਰਿਸ਼ਨਾ ਟਿਕ ਗਿਆ ਮਨ। ਕਾਮ ਕ੍ਰੋਧ ਮਾਇਆ ਲੈ ਜਾਰੀ, ਤ੍ਰਿਸ਼ਨਾ ਗਾਗਰ ਫੂਟੀ। ਕਾਮ ਚੋਲਣਾ ਭਇਆ ਹੈ ਪੁਰਾਣਾ, ਗਿਆ ਭਰਮ ਸਭ ਛੂਟੀ। ਹੁਣ ਮੇਰਾ ਜਿਹੜਾ ਕਾਮ ਦਾ ਕੋਝਾ ਚੋਲਾ ਸੀ, ਕਾਮ ਵਾਸ਼ਨਾ ਦੇ ਵਿੱਚ ਮੇਰਾ ਧਿਆਨ ਰਹਿੰਦਾ ਸੀ, ਜਿਹੜਾ ਇਹ ਸਰੀਰ 'ਚ ਕਾਮ ਵਾਸ਼ਨਾ ਜਾਗਦੀ ਹੈ ਬੰਦੇ। ਇਹ ਕਾਮ ਵਾਸ਼ਨਾ ਜਿਹੜੀ ਬਹੁਤ ਪ੍ਰਬਲ ਸੀ ਪਹਿਲੋਂ, ਇਹ ਚੋਲਾ ਪੁਰਾਣਾ ਹੋ ਗਿਆ ਹੈ। ਭਾਵ ਇਹ ਸਰੀਰ ਜਿਹੜਾ ਹੈ ਨਾ, ਹੁਣ ਕਾਮ ਵਾਸ਼ਨਾ ਤੋਂ ਹਟ ਗਿਆ। ਭਇਆ ਹੈ ਪੁਰਾਣਾ, ਭਾਵ ਇਹਦੀ ਕਾਮ ਵਾਸ਼ਨਾ ਹਟ ਗਈ ਹੈ। ਕਾਮ ਵਾਸ਼ਨਾ ਤੋਂ ਇਹ ਪਿੱਛੇ ਹਟ ਗਿਆ ਹੈ ਹੁਣ ਮਨ ਜਿਹੜਾ ਹੈ। ਤੇ ਹੋਰ ਕੀ ਹੋਇਆ ਹੈ? ਗੁਰੂ ਦੇ ਨਾਮ ਨਾਲ, ਪਰਮਾਤਮਾ ਦੇ ਨਾਮ ਨਾਲ ਕੀ ਪ੍ਰਭਾਵ ਹੋਇਆ ਹੈ? ਗਿਆ ਭਰਮ ਸਭ ਛੂਟੀ। ਕਾਮ ਵਾਸ਼ਨਾ ਵੀ ਹਟ ਗਈ ਹੈ ਤੇ ਭਰਮ ਭੁਲੇਖਾ ਜਿਹੜਾ ਸੀ ਨਾ, ਉਹ ਵੀ ਹਟ ਗਿਆ ਹੈ। ਭਰਮ ਜਿਹੜਾ ਸੀ, ਕਬਹੂ ਜਿਹੜਾ ਉਬ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਕਦੀ ਤੇ ਆਂਦਾ ਸੀ ਰੱਬ ਹੈ, ਤੇ ਕਦੀ ਆਂਦਾ ਨਹੀਂ ਮੈਂ ਪੀਰ ਕੋਲੋਂ ਖੈਰ ਲੈ ਕੇ ਆਉਣੀ। ਇਹ ਮਨ ਪੱਕਾ ਨਹੀਂ ਸੀ ਜਦੋਂ, ਇਹ ਭੁਲੇਖਾ ਸੀ ਮੈਨੂੰ, ਰੱਬ ਤੇ ਵਿਸ਼ਵਾਸ ਨਹੀਂ ਸੀ, ਇਹ ਭੁਲੇਖਾ ਸੀ। ਉਹ ਸੱਪ, ਜਿਹੜੀ ਰੱਸੀ ਸੱਪ ਜਾਪਦੀ ਸੀ, ਉਹ ਲਾਈਟ ਜਗ ਗਈ, ਗਿਆਨ ਆ ਗਿਆ, ਸਮਝ ਆ ਗਈ, ਉਹ ਹੁਣ ਸੱਪ ਨਹੀਂ, ਉਹ ਰੱਸੀ ਹੈ, ਡਰ ਨਹੀਂ ਲੱਗਦਾ। ਭਰਮ ਭੁਲੇਖਾ ਸੀ। ਗਿਆ ਭਰਮ ਸਭ ਛੂਟੀ। ਕਾਮ ਚੋਲਣਾ ਪਿਆ ਹੈ ਪੁਰਾਣਾ, ਕਾਮ ਵਾਸ਼ਨਾ ਵਾਲਾ ਚੋਲਾ ਪੁਰਾਣਾ ਹੋ ਗਿਆ ਹੈ। ਭਰਮ ਵੀ ਮੁੱਕ ਗਿਆ ਹੈ, ਸਭ ਕੁਝ ਛੁੱਟ ਗਿਆ ਹੈ। ਸਰਬ ਭੂਤ ਏਕੈ ਕਰ ਜਾਣਿਆ, ਚੁਕੇ ਬਾਦ ਵਿਵਾਦਾ। ਹੁਣ ਨਾਮ ਦਾ ਅਸਰ ਹੋਇਆ ਹੈ ਮੈਨੂੰ, ਮੇਰੇ ਮਨ ਨੂੰ। ਕੀ ਅਸਰ ਹੋਇਆ ਕਿ ਮੈਂ ਸਾਰੇ ਜੀਵਾਂ ਵਿੱਚ ਹੁਣ ਪਰਮਾਤਮਾ ਨੂੰ ਵਸਦਾ ਵੇਖਦਾ। ਜੋ ਜੀਵ ਨਜ਼ਰ ਆ ਰਹੇ ਨੇ ਮੈਨੂੰ, ਸਾਰਿਆਂ 'ਚ ਰੱਬ ਦਿਸ ਰਿਹਾ। ਇਹ ਮੈਨੂੰ ਅਸਰ ਹੋਇਆ ਨਾਮ ਦਾ। ਸਰਬ ਭੂਤ, ਸਾਰੇ ਸਰੀਰਾਂ ਵਿੱਚ ਇੱਕ ਕਰ ਜਾਣਿਆ, ਇੱਕੋ ਪਰਮਾਤਮਾ ਹੀ ਸਮਝਣਾ। ਸਾਰਿਆਂ ਵਿੱਚ ਇੱਕੋ ਪਰਮਾਤਮਾ ਦਿਸ ਰਿਹਾ ਹੈ। ਚੁੱਕੇ ਬਾਦ ਵਿਵਾਦਾ, ਜਿਹੜੇ ਮਨ ਦੇ ਝਗੜੇ ਸਨ ਨਾ, ਸਾਰੇ ਮੁੱਕ ਗਏ ਨੇ। ਚੁੱਕੇ ਖਤਮ ਹੋ ਗਏ ਨੇ। ਬਾਦ ਵਿਵਾਦਾ, ਜਿਹੜਾ ਮਨ ਝਗੜਾ ਪਾਉਂਦਾ ਸੀ ਬਾਰ-ਬਾਰ। ਕਹੇ ਕਬੀਰ ਮੈਂ ਪੂਰਾ ਪਾਇਆ, ਭੈ ਰਾਮ ਪ੍ਰਸਾਦਾ। ਹੁਣ ਇਸ ਪਰਮਾਤਮਾ ਦੇ ਨਾਮ ਦਾ ਅਸਰ ਦੇਖੋ। ਕਬੀਰ ਕਹਿੰਦੇ ਹਨ ਕਿ ਮੇਰੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਗਈ ਹੈ। ਭੈ ਰਾਮ ਪ੍ਰਸਾਦਾ, ਮੈਨੂੰ ਪੂਰਾ ਪ੍ਰਭੂ ਮਿਲ ਪਿਆ ਹੈ।
मैं पूरा प्रभु पा लिया है, परमात्मा जिहड़ा है मैनू मिल पिया है। मेरे उत्ते परमात्मा की किरपा हो गई है, मैनू पूरा प्रभु मिल पिया है। ये परमात्मा के नाम का असर है। सो गुरु बख्शिश करे, दो शब्दां दी विचार जिन्नी बुद्ध वो परमेश्वर ने बख्शी है आप नाल सांझी कीती है। भुलां चुकां दी क्षमा करनी गुरु बख्शिश करे। इत्थे ही समाप्ति है। वाहिगुरु जी का खालसा, वाहिगुरु जी की